ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਖਸ਼ੀਸ਼ ਸਿੰਘ ਜੀ ਕਰਦਰਸ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਦੇਵ ਸਿੰਘ ਥਿੰਦੀ ਥਲਵਾਨ ਤੇ ਮਨਦੀਪ ਤਵਾਨਾ ਫਰੈਜ਼ਨੋ ਤੋਂ, ਦਰਸ਼ਨ ਸਿੰਘ ਭਲਵਾਨ ਤੇ ਮਾਹਾ ਸਿੰਘ ਜੈਰਾ ਫਰੈਜ਼ਨੋ ਤੋਂ, ਮਨਦੀਪ ਸਿੰਘ ਸੈਨੋਜ਼ੇ ਤੋਂ, ਜਸਵਿੰਦਰ ਸਿੰਘ ਵਿਰਕ ਹਿਊਸਟਨ ਤੋਂ, ਵਰਿੰਦਰ ਸਿੰਘ ਮੋਰਗਨ ਹਿੱਲ ਤੋਂ, ਧਰਮ ਸਿੰਘ ਤੇ ਰਘਬੀਰ ਕੌਰ ਸੈਲਮਾ ਤੋਂ ਅਤੇ ਅਮਰਜੀਤ ਕੌਰ ਤੇ ਤੇਜਰੂਪ ਸਿੰਘ ਚੌਹਾਨ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਧੰਨਵਾਦ, ਮਿਹਰਬਾਨੀ। ਤੇ ਜੀ ਕਰਦੇ ਹਾਂ ਗੱਲਬਾਤ ਜਿਹੜੀ ਜੋ ਕੁਝ ਜਿਹੜਾ ਵਾਪਰ ਰਿਹਾ ਇਹ ਜਿਹੜਾ ਦੀ ਥੋੜੀ ਖਬਰ ਜਿਹੜੀ ਫਿਕਰਮੰਦੀ ਵਾਲੀ ਵੀ ਜਿਹੜੀ ਹੈ ਕਿ ਭਾਰਤ ਜਿਹੜਾ ਦੀ ਉੱਥੇ ਜਿਹੜੀ ਕੋਵਿਡ ਦੀ ਗਿਣਤੀ ਹੈ, COVID-19 ਦੇ ਕੇਸਾਂ ਦੀ ਉਹ ਦੇ ਨਾਲ ਜਿਹੜੀ ਵੱਧ ਗਈ ਔਰ ਇਸ ਵੇਲੇ ਜਿਹੜੇ ਹਾਲਾਤ ਇਹ ਬਣ ਗਏ ਜੀ 6,97,836 ਜਿਹੜੀ ਗਿਣਤੀ ਆ ਉਹ ਕੇਸਾਂ ਦੀ ਹੋ ਗਈ ਔਰ 420 ਨਵੀਆਂ ਮੌਤਾਂ ਦੇ ਨਾਲ 19,700 ਨੂੰ ਅੰਕੜਾ ਪਹੁੰਚ ਗਿਆ। ਔਰ ਇਹ ਜਿਹੜੇ ਕੇਸ ਨੇ ਇਹ ਵੱਧ ਕੇ ਹੁਣ ਰਸ਼ੀਆ ਦੇ ਨਾਲੋਂ ਅੱਗੇ ਨਿਕਲ ਗਿਆ ਮੁਲਕ ਜਿਹੜਾ ਦੀ, ਔਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੋ ਗਿਆ। ਜੇ ਪਿਛਲੇ 10 ਦਿਨਾਂ ਦੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਬੜੀ ਤੇਜ਼ੀ ਦੇ ਨਾਲ ਜਿਹੜਾ ਦੀ ਇਹ ਵਧਿਆ। ਰਸ਼ੀਆ ਦੇ ਵਿੱਚ 67,634 ਕੇਸ ਮਿਲੇ, ਜਦੋਂ ਕਿ ਭਾਰਤ ਵਿੱਚ 2,09,19 ਮਾਮਲੇ ਜਿਹੜੇ ਸੀ ਉਹ ਨਵੇਂ ਸਾਹਮਣੇ ਆਏ। ਭਾਰਤ ਦੇ ਵਿੱਚ 6,97,000 ਕੇਸ ਹੋਣ ਦੇ ਵਾਸਤੇ 158 ਦਿਨ ਲੱਗੇ ਔਰ ਭਾਰਤ ਦੇ ਵਿੱਚ ਇਸ ਵੇਲੇ ਜਿਹੜੀ ਐਵਰੇਜ ਹੈ ਉਹ 22,000 ਨੂੰ ਕ੍ਰਾਸ ਜਿਹੜੀ ਉਹ ਕਰਦੀ ਹੋਈ ਹੈ। ਜਿਹੜੇ ਕੱਲ ਅੰਕੜੇ ਆਏ 24 ਘੰਟਿਆਂ ਦੇ ਦੌਰਾਨ ਉਹਦੇ ਵਿੱਚ 23,932 ਮਾਮਲੇ ਜਿਹੜੇ ਸੀ ਉਹ ਸਾਹਮਣੇ ਇੱਕ ਦਿਨ ਦੇ ਵਿੱਚ ਜਿਹੜੇ ਸੀਗੇ ਉਹ ਆਏ। ਔਰ ਜੂਨ ਦੇ ਵਿੱਚ 3,87,425 ਮਾਮਲੇ ਸਾਹਮਣੇ ਆਏ ਸੀ। 21 ਜੂਨ ਤੋਂ ਬਾਅਦ ਰੋਜ਼ 15,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਔਰ 4 ਜੁਲਾਈ ਨੂੰ ਸਭ ਤੋਂ ਜ਼ਿਆਦਾ 24,018 ਮਰੀਜ਼ ਜਿਹੜੇ ਸੀ ਉਹ ਆਏ। ਰੂਸ ਦੇ ਵਿੱਚ ਜਿਹੜੀ ਇਹ ਵਾਇਰਸ ਤੇ ਸਭ ਤੋਂ ਜ਼ਿਆਦਾ ਮਾਮਲੇ ਮਈ ਦੇ ਵਿੱਚ ਸਾਹਮਣੇ ਆਏ ਸੀ ਔਰ 2,91,412 ਕੇਸਾਂ ਦੀ ਪੁਸ਼ਟੀ ਮਈ ਮਹੀਨੇ ਦੇ ਵਿੱਚ ਉੱਥੇ ਹੋਈ ਸੀਗੀ। ਔਰ ਮਈ ਦੇ ਵਿੱਚ ਹੀ ਸਭ ਤੋਂ ਜ਼ਿਆਦਾ 11,656 ਕੇਸ ਇੱਕ ਦਿਨ ਦੇ ਵਿੱਚ ਰਸ਼ੀਆ ਦੇ ਵਿੱਚ ਜਿਹੜਾ ਜੀ ਉਹ ਆਏ ਸੀ। ਭਾਰਤ ਦੇ ਵਿੱਚ ਵਾਇਰਸ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਉਸ ਤੋਂ ਬਾਅਦ 110 ਦਿਨ ਬਾਅਦ 10 ਮਈ ਨੂੰ ਇਹ ਗਿਣਤੀ 1 ਲੱਖ ਹੋ ਗਈ ਔਰ ਇਸ ਤੋਂ ਬਾਅਦ ਮਾਮਲੇ ਜਿਹੜੇ ਸੀ ਉਹ ਤੇਜ਼ੀ ਫੜਨ ਲੱਗੇ। 15 ਦਿਨਾਂ ਦੇ ਵਿੱਚ ਅੰਕੜਾ 2 ਲੱਖ ਟੱਪ ਗਿਆ ਔਰ 2 ਲੱਖ ਤੋਂ 3 ਲੱਖ ਹੁੰਦਿਆਂ 10 ਦਿਨ ਲੱਗੇ, 3 ਤੋਂ 4 ਲੱਖ ਹੁੰਦਿਆਂ 8 ਦਿਨ ਲੱਗੇ, 4 ਤੋਂ 5 ਲੱਖ ਹੁੰਦਿਆਂ 6 ਦਿਨ ਲੱਗੇ ਤੇ 5 ਤੋਂ 6 ਲੱਖ ਹੁੰਦਿਆਂ ਜਿਹੜੇ ਸਿਰਫ 5 ਦਿਨ ਜਿਹੜੇ ਦੀ ਉਹ ਲੱਗੇ। ਇਸ ਵੇਲੇ ਜਿਹੜਾ ਭਾਰਤ ਹੈ ਉਹ ਜਿਹੜੇ ਮੋਸਟ ਪੀੜਤ ਮੁਲਕ ਨੇ ਉਹਨਾਂ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਜਿਹੜਾ ਦੀ ਉਹ ਆ ਕੇ ਖੜਾ ਹੋ ਗਿਆ। ਇੱਥੇ ਜਿਹੜਾ ਪੰਜਾਬ ਦੇ ਜੇ ਆਪਾਂ ਪੰਜਾਬ ਦੀ ਜਿਹੜੀ ਦੀ ਉਹ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੋਨਾ ਦੇ ਨਾਲ 2 ਹੋਰ ਮੌਤਾਂ ਹੋਈਆਂ ਨੇ ਔਰ ਰਾਜ ਭਰ ਦੇ ਵਿੱਚ 175 ਨਵੇਂ ਕੇਸ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਨੇ ਔਰ ਲੁਧਿਆਣੇ ਦੇ ਵਿੱਚ ਪੀੜਤਾਂ ਦਾ ਅੰਕੜਾ ਪਹਿਲਾਂ 1,000 ਤੋਂ ਟੱਪ ਗਿਆ ਔਰ 2 ਮੌਤਾਂ ਪਟਿਆਲਾ ਤੇ ਤਰਨਤਾਰਨ ਦੇ ਵਿੱਚ ਹੋਈਆਂ ਨੇ। ਪੰਜਾਬ ਦੇ ਵਿੱਚ ਕਰੋਨਾ ਦੇ ਨਾਲ 164 ਮੌਤਾਂ ਹੋ ਚੁੱਕੀਆਂ ਹੋਈਆਂ ਨੇ। 3,37,799 ਜਿਹੜੇ ਦੀ ਉਹ ਸੈਂਪਲ ਲਏ ਗਏ, ਜਿਸ ਤੋਂ 62 ਤੋਂ 23 ਜਿਹੜੇ ਆ ਉਹ ਪੋਜ਼ਿਟਿਵ ਨਿਕਲੇ ਆ। ਲੁਧਿਆਣਾ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਸੰਡੇ ਨੂੰ ਕਰੋਨਾ ਦਾ ਧਮਾਕਾ ਹੋਇਆ ਔਰ 70 ਨਵੇਂ ਕੇਸ ਇਕੱਲੇ ਲੁਧਿਆਣੇ ਦੇ ਵਿੱਚ ਜਿਹੜੇ ਆਏ। ਇਹਦੇ ਵਿੱਚੋਂ ਜੇਲ੍ਹ ਦੇ ਵਿੱਚੋਂ 26 ਕੈਦੀ ਵੀ ਜਿਹੜੇ ਜੀ ਉਹ ਸ਼ਾਮਲ ਨੇ। ਇਹ ਹੋਰ ਫਿਕਰਮੰਦੀ ਵਾਲੀ ਜਿਹੜੀ ਗੱਲ ਹੈ। ਕਰੋਨਾ ਪੀੜਤਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਇੱਥੇ ਲੁਧਿਆਣੇ ਦੇ ਵਿੱਚ 1,000 ਨੂੰ ਟੱਪ ਗਈ ਹੋਈ ਹੈ। 24 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਅੰਮ੍ਰਿਤਸਰ ਦੇ ਵਿੱਚ 957 ਜਿਹੜੀ ਉਹ ਗਿਣਤੀ ਹੈ, 48 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਜਲੰਧਰ ਦੇ ਵਿੱਚ 814 ਤੇ ਸੰਗਰੂਰ ਦੇ ਵਿੱਚ 525 ਪੋਜ਼ੀਟਿਵ ਕੇਸ ਆ ਚੁੱਕੇ ਨੇ। ਮਾਨਸਾ ਡਿਸਟ੍ਰਿਕਟ ਦੇ ਵਿੱਚ 50 ਕੇਸ ਸਾਹਮਣੇ ਆਏ ਆ। ਬਰਨਾਲੇ 73 ਕੇਸ ਸਾਹਮਣੇ ਆਏ ਆ। ਮੁਕਤਸਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਾਜ਼ਿਲਕਾ ਤੇ ਮਾਨਸਾ ਦੇ ਵਿੱਚ
ਕੋਈ ਮੌਤ ਜਿਹੜੀ ਜੀ ਉਹ ਨਹੀਂ ਹੋਈ। ਲੁਧਿਆਣੇ ਦੇ ਵਿੱਚ 4 ਹੈਲਥ ਵਰਕਰ ਜਿਹੜੇ ਨੇ ਉਹ ਵੀ ਪੋਜ਼ਿਟਿਵ ਜਿਹੜੇ ਆ ਉਹ ਪਾਏ ਗਏ ਆ। ਬੇਅਦਬੀ ਕਾਂਡ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਿਹੜੇ ਡੇਰਾ ਪ੍ਰੇਮੀ ਨੇ 5-7 ਗ੍ਰਿਫਤਾਰ ਕੀਤੇ ਗਏ ਸੀ, 2 ਨੂੰ ਛੱਡਣਾ ਪੈ ਗਿਆ ਅਦਾਲਤ ਦੇ ਵਿੱਚ। ਉਹਦੇ 'ਚ ਜਿਹੜਾ ਸੀਗਾ ਪੁਲਿਸ ਦੀ ਤੋਏ ਵੀ ਹੋਈ। ਉਹ ਇਸ ਕਰਕੇ ਹੋਈ ਕਿ 2 ਜਿਹੜੇ ਸੀ ਇਹਨਾਂ ਕੋਲ ਐਂਟੀਸਪੇਟਰੀ ਬੇਲ ਸੀ, ਪਹਿਲਾਂ 5 ਰਹਿ ਗਏ। 5 ਨੂੰ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਜੀ, ਇੱਥੇ ਵੀ ਕਨਫਿਊਜ਼ਨ ਥੋੜੀ ਜਿਹੀ ਚੱਲ ਰਹੀ ਹੈ। ਇੱਕ ਤਾਂ SITO ਆ ਜਿਹੜੀ ਇੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਰਾਂ ਦੀ ਰਿਪੋਰਟ ਤੋਂ ਬਾਅਦ, ਉਸ ਤੋਂ ਬਾਅਦ ਬਣੀ ਹੈ। ਇੱਕ SIT ਪਹਿਲਾਂ ਕੰਮ ਜਿਹੜੀ ਜੀ ਉਹ ਕਰਦੀ ਹੈ ਖਟੜਾ ਸਾਹਿਬ ਵਾਲੀ ਅਗਵਾਈ ਦੇ ਵਿੱਚ। ਇਹ ਉਹਨੇ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਕੀਤੀਆਂ ਨੇ। ਇਹਨਾਂ ਨੂੰ ਘਟਨਾ ਵਾਲੀ ਥਾਂ ਦੇ ਉੱਤੇ ਲੈ ਕੇ ਗਈ ਜਿੱਥੇ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ। ਜਾਂਚ ਟੀਮ ਪਹਿਲਾਂ ਉਹਨਾਂ ਨੂੰ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਲੈ ਕੇ ਗਈ। ਉਸ ਤੋਂ ਬਾਅਦ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਗਈ ਤੇ ਇਹਨਾਂ ਤੋਂ ਘਟਨਾ ਸਥਾਨ ਤੇ ਘਟਨਾ ਨੂੰ ਅੰਜਾਮ ਦੇਣ ਦੇ ਤਰੀਕੇ ਦੇ ਬਾਰੇ ਪੁੱਛ ਪੜਤਾਲ ਕੀਤੀ ਗਈ। ਡੇਰਾ ਪ੍ਰੇਮੀਆਂ ਨੂੰ ਬੀੜ ਸਿੱਖਾਂ ਵਾਲੇ ਦੇ ਵਿੱਚ ਵੀ ਲਿਜਾਇਆ ਗਿਆ ਜਿੱਥੇ ਡੇਰਾ ਪ੍ਰੇਮੀਆਂ ਨੇ ਬੇਅਦਬੀ ਕਾਂਡ ਦੀ ਸਾਜ਼ਿਸ਼ ਘੜੀ। ਪੁੱਛ ਪੜਤਾਲ ਦੇ ਦੌਰਾਨ ਇਹਨਾਂ ਨੂੰ ਡੇਰਾ ਪ੍ਰੇਮੀਆਂ ਨੂੰ ਹਾਜ਼ਰ ਰਹਿਣ ਲਈ ਕਿਹਾ ਗਿਆ ਸੀ ਜਿਨ੍ਹਾਂ ਨੂੰ ਪਹਿਲਾਂ ਅਦਾਲਤ ਨੇ ਰਿਹਾ ਕਰਤਾ। ਜਾਂਚ ਟੀਮ ਦੇ ਮੁਖੀ ਜਿਹੜੇ ਨੇ DIG ਰਣਵੀਰ ਸਿੰਘ ਖਟੜਾ, ਉਹਨਾਂ ਨੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਉਰਫ ਸਨੀ ਨੂੰ ਵੀ ਬੁਲਾਇਆ ਔਰ ਇਹ ਸਾਰੀ ਜਿਹੜੀ ਇਹਦੇ ਸੰਬੰਧੀ ਮਾਪਕਾ ਪੁੱਛ ਪੜਤਾਲ ਜਿਹੜੀ ਸੀ ਉਹ ਕੀਤੀ। ਔਰ ਜਿਹੜਾ ਸਿਟੀ ਕੋਟਕਪੂਰਾ ਦਾ ਉਦੋਂ ਦਾ SHO ਸੀਗਾ ਗੁਰਜੀਤ ਪੰਧੇਰ, ਜਿਹਨੂੰ ਦੁਬਾਰਾ ਤੋਂ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਦੂਸਰੀ SIT ਨੇ, ਕਿਉਂਕਿ ਉਹ ਜਾਂਚ ਜਿਹੜੀ ਅਜੀ ਕਰ ਰਹੀ ਹੈ ਬਹਿਬਲ ਕਲਾਂ ਗੋਲੀ ਕਾਂਡ ਦੀ। ਉਹਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਹੁਣ ਉਹਦੇ ਰਿਮਾਂਡ ਦੀ ਲੋੜ ਨਹੀਂ, ਉਹਨੂੰ 19 ਜੁਲਾਈ ਤੱਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਪਰ ਦੂਜੇ ਪਾਸੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ 2 ਵਾਰੀ ਸੰਮਣ ਭੇਜਣ ਦੇ ਬਾਵਜੂਦ ਫਰੀਦਕੋਟ ਦੇ ਉਦੋਂ ਦੇ SSP ਸੁਖਮਿੰਦਰ ਸਿੰਘ ਤੇ DSP ਬਲਜੀਤ ਸਿੰਘ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਏ। ਹਾਲਾਂਕਿ ਫਰੀਦਕੋਟ ਦੇ SPH ਬਲਬੀਰ ਸਿੰਘ ਜਿਹੜੇ ਸੀ ਉਹ ਜਾਂਚ ਦੇ ਸਾਹਮਣੇ ਜ਼ਰੂਰ ਪੇਸ਼ ਹੋਏ। ਕੋਟਕਪੂਰਾ ਗੋਲੀ ਕਾਂਡ ਦੇ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਉਹਨਾਂ ਨੇ ਜਿਹੜਾ ਜੀ ਉਹ ਦਿੱਤਾ। ਹੁਣ SIT ਜਿਹੜੀ ਆ, ਜਿਹੜੇ 2 ਜਣੇ ਪੇਸ਼ ਨਹੀਂ ਹੋ ਰਹੇ, ਉਹਨਾਂ ਨੂੰ ਅਗਲੀ ਕਾਰਵਾਈ ਜਿਹੜੀ ਵੀ ਉਹ ਕਰਕੇ ਲਿਆਊਗੀ ਔਰ ਇਹ ਅਦਾਲਤ ਤੋਂ ਉਹਨਾਂ ਨੂੰ ਸੰਮਣ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਤੇ ਉਹ ਅਵੋਇਡ ਕਰ ਰਹੇ ਆ ਇਸ ਪੁੱਛਗਿੱਛ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਹੋਣ ਦੇ ਵਾਸਤੇ। ਪੰਜਾਬ ਦੇ ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਹੁਣ ਪੰਜਾਬ ਸਰਕਾਰ ਨੂੰ ਝਟਕਾ ਨਹੀਂ ਦਿੰਦੀ, ਸਗੋਂ ਸਰਕਾਰ ਸਸਤੀ ਬਿਜਲੀ ਤੋਂ ਕਿਨਾਰਾ ਕਰਨ ਲੱਗੀ ਹੈ। ਪਾਵਰਕਾਮ ਦਾ 2019-2020 ਦਾ ਬਿਜਲੀ ਖਰੀਦ ਅੰਕੜਾ ਸਰਕਾਰ ਦੇ ਉੱਤੇ ਉਂਗਲ ਚੁੱਕਦਾ ਹੈ। ਪਾਵਰਕਾਮ ਨੇ ਪ੍ਰਾਈਵੇਟ ਥਰਮਲਾਂ ਤੇ ਸੋਲਰ ਪਲਾਂਟਾਂ ਨੂੰ ਇੱਕੋ ਵਰ੍ਹੇ ਦੇ ਵਿੱਚ ਮਹਿੰਗੀ ਬਿਜਲੀ ਤੇ ਵਾਧੂ 4390 ਕਰੋੜ ਰੁਪਏ ਅਦਾ ਕੀਤੇ ਨੇ। ਜੇ ਦੂਜੇ ਸੂਬਿਆਂ ਤੋਂ ਇਹੀ ਬਿਜਲੀ ਖਰੀਦੀ ਜਾਂਦੀ ਤਾਂ ਇਹ ਪੈਸਾ ਬਚ ਸਕਦਾ ਸੀ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੋਰੀ ਉਰਦੂ ਦੇ ਸ਼ੇਅਰ ਪੜ੍ਹਦੇ ਆਏ ਕਹਿੰਦੇ ਆ ਕਿ ਬਠਿੰਡਾ ਥਰਮਲ ਤੋਂ ਬਿਜਲੀ ਮਹਿੰਗੀ ਪੈਂਦੀ ਹੈ ਤੇ ਬਾਹਰੋਂ ਬਿਜਲੀ ਸਸਤੀ ਪੈਂਦੀ ਹੈ, ਇਸ ਕਰਕੇ ਥਰਮਲ ਬੰਦ ਕੀਤਾ ਗਿਆ। ਜਦੋਂ 2019-2020 ਦੇ ਬਿਜਲੀ ਖਰੀਦ ਅੰਕੜੇ ਦੀ ਤੁਸੀਂ ਸਮੀਖਿਆ ਕਰਦੇ ਹੋ ਤਾਂ ਕਈ ਤੱਥ ਉੱਭਰ ਕੇ ਸਾਹਮਣੇ ਆਉਂਦੇ ਆ। ਪਾਵਰਕਾਮ ਦੇ ਵੱਲੋਂ ਬਾਹਰੋਂ ਖਰੀਦੀ ਬਿਜਲੀ ਪ੍ਰਤੀ ਯੂਨਿਟ 3 ਰੁਪਏ 94 ਪੈਸੇ ਆ, ਜਦੋਂ ਕਿ ਗੋਇੰਦਵਾਲ ਥਰਮਲ ਪਲਾਂਟ ਤੋਂ ਇਹ ਬਿਜਲੀ 9 ਰੁਪਏ 54 ਪੈਸੇ ਪਰ ਯੂਨਿਟ ਜਿਹੜੀ ਹੈ ਜੀ ਉਹ ਖਰੀਦੀ ਗਈ ਆ ਜੀ। ਪਾਵਰਕਾਮ ਜਿਹੜਾ ਜੀ ਉਹਨੇ ਤਲਵੰਡੀ ਸਾਬੋ ਤੋਂ ਇਹੀ ਬਿਜਲੀ 6 ਰੁਪਏ 63 ਪੈਸੇ ਪ੍ਰਤੀ ਯੂਨਿਟ ਤੇ ਰਾਜਪੁਰਾ ਥਰਮਲ ਪਲਾਂਟ ਤੋਂ 5 ਰੁਪਏ 6 ਪੈਸੇ ਪ੍ਰਤੀ ਯੂਨਿਟ ਖਰੀਦੀ ਹੈ। ਸੋਲਰ ਤੇ ਬਾਇਓਮਾਸ ਪ੍ਰੋਜੈਕਟਾਂ ਤੋਂ ਇਹ ਬਿਜਲੀ 6 ਰੁਪਏ 55 ਪੈਸੇ ਪ੍ਰਤੀ ਯੂਨਿਟ ਹਿਸਾਬ ਦੇ ਨਾਲ ਖਰੀਦੀ ਗਈ ਹੈ। ਜਦੋਂ ਬਾਹਰੋਂ ਬਿਜਲੀ 3 ਰੁਪਏ 94 ਪੈਸੇ ਪ੍ਰਤੀ ਯੂਨਿਟ ਮਿਲਦੀ ਹੈ ਤੇ ਪ੍ਰਾਈਵੇਟ ਥਰਮਲਾਂ ਤੋਂ ਵੱਧ ਭਾਅ ਤੇ ਬਿਜਲੀ ਕਿਉਂ ਖਰੀਦੀ ਗਈ? ਪੂਰੇ ਸਾਲ ਦੇ ਵਿੱਚ ਸਿਰਫ 9455 ਕਰੋੜ ਰੁਪਏ ਦੀ ਬਿਜਲੀ ਜਿਹੜੀ ਜੀ ਉਹ ਖਰੀਦੀ ਗਈ। ਇਹ ਚੋਰ ਮੋਰੀਆਂ ਨੇ ਜਿੱਥੋਂ ਪੈਸੇ ਐਕਚੁਅਲੀ ਥਰਮਲ ਪਲਾਂਟਾਂ ਤੋਂ ਖਾਧੇ ਜਾ ਰਹੇ ਆ। ਇਹਨਾਂ ਕੰਪਨੀਆਂ ਦੇ ਨਾਲ ਜਿਹੜੇ ਸਮਝੌਤੇ ਪਿਛਲੀ ਸਰਕਾਰ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੇ 25-25 ਵਰਿਆਂ ਦੇ, ਉਹ ਲੈ ਕੇ ਬਹਿ ਰਹੇ ਇਸ ਵੇਲੇ ਪੰਜਾਬ ਨੂੰ ਔਰ ਪੰਜਾਬੀਆਂ ਨੂੰ। ਪੰਜਾਬੀਆਂ ਦੀ ਜਾਨ ਜਿਹੜੀ ਜੀ ਉਹ ਮੁੱਠੀ ਦੇ ਵਿੱਚ ਆਈ ਪਈ ਆ ਭਾਰੀ ਬਿੱਲਾਂ ਦੀ ਵਜ੍ਹਾ ਕਰਕੇ।
ਮੌਜੂਦਾ ਸਰਕਾਰ ਜਦੋਂ ਆਈ ਸੀਗੀ ਹੋਂਦ ਦੇ ਵਿੱਚ ਤਾਂ ਇਹਨੇ ਵਾਅਦੇ ਕੀਤੇ ਸੀਗੇ ਕਿ ਉਹ ਇਹ ਜਿਹੜੇ ਸਮਝੌਤੇ ਨੇ ਇਹਨਾਂ ਨੂੰ ਗੌਰ ਕਰੂਗੀ ਇਹਨਾਂ ਸਮਝੌਤਿਆਂ ਦੇ ਉੱਤੇ, ਤੇ ਜੇਕਰ ਹੋਇਆ ਸੰਭਵ ਤਾਂ ਰਿਵਿਊ ਕਰਨ ਤੋਂ ਬਾਅਦ ਇਹ ਰੱਦ ਕੀਤੇ ਜਾਣਗੇ। ਨਾ ਰਿਵਿਊ ਕੀਤੇ ਗਏ, ਨਾ ਰੱਦ ਜਿਹੜੇ ਸੀ ਉਹ ਕੀਤੇ ਗਏ। ਲੋਕਾਂ ਦੇ ਸਿਰ ਦੇ ਉੱਤੇ ਬੋਝ ਉਸੇ ਹੀ ਤਰੀਕੇ ਦੇ ਨਾਲ ਜਿਹੜਾ ਉਹ ਚੱਲੀ ਜਾ ਰਿਹਾ ਜੀ। ਭਾਰਤ ਤੇ ਚਾਈਨਾ ਦੀ ਸਰਹੱਦ ਤੇ ਗਲਵਾਨ ਘਾਟੀ ਦੇ ਵਿੱਚ ਚੀਨੀ ਫੌਜੀਆਂ ਦੇ ਨਾਲ ਹੋਏ ਹਿੰਸਕ ਟਕਰਾਅ ਦੇ ਵਿੱਚ ਗੰਭੀਰ ਜਿਹੜੇ ਜ਼ਖਮੀ ਭਾਰਤੀ ਜਵਾਨ ਸੀ ਉਹਨਾਂ ਨੂੰ ਵਿਸ਼ੇਸ਼ ਇਲਾਜ ਦੇ ਵਾਸਤੇ ਕਈ ਦਿਨ ਪਹਿਲਾਂ ਚੰਡੀਗੜ੍ਹ ਤੇ ਨਵੀਂ ਦਿੱਲੀ ਲਿਆਂਦਾ ਜਾ ਚੁੱਕਿਆ। ਕੁਝ ਲੋਕ ਹੋ ਸਕਦੇ ਆ ਕਿ ਇਹਦੇ ਵਿੱਚ ਕਿਹੜੀ ਖਾਸ ਚੀਜ਼ ਹੈ ਜੀ, ਜੇ ਉੱਥੇ ਲਿਆਂਦੇ ਗਏ ਤੇ ਹਸਪੀਟਲ ਵਧੀਆ ਹੋਣਗੇ ਤਾਂ ਲਿਆਂਦੇ ਗਏ ਆ ਜੀ। ਇਹਦੇ ਵਿੱਚ ਵੱਡੀ ਗੱਲ ਜਿਹੜੀ ਆ ਇਹ ਆ ਕਿ ਪਿਛਲੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਦੌਰੇ ਤੋਂ 10 ਦਿਨ ਪਹਿਲਾਂ 40 ਭਾਰਤੀ ਫੌਜੀਆਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਇਲਾਜ ਦੇ ਵਾਸਤੇ ਲਿਆਂਦਾ ਜਾ ਚੁੱਕਿਆ। ਔਰ 15 ਜੂਨ ਨੂੰ ਦੋਵਾਂ ਧਿਰਾਂ ਦੇ ਵਿਚਾਲੇ ਹੋਏ ਟਕਰਾਅ ਦੇ ਵਿੱਚ ਕਰਨਲ ਰੈਂਕ ਦੇ ਕਮਾਂਡਰ ਸਣੇ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸੀਗੇ, 70 ਜਵਾਨ ਫੱਟੜ ਹੋਏ ਸੀਗੇ। ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਫੌਜੀ ਅਧਿਕਾਰੀਆਂ ਦੇ ਨਾਲ ਸ਼ੁੱਕਰਵਾਰ ਲੱਦਾਖ ਗਏ ਸੀਗੇ ਤੇ ਲੇਹ ਦੇ ਹਸਪਤਾਲ ਦੇ ਵਿੱਚ ਦਾਖਲ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ। ਸਵਾਲ ਵੱਡਾ ਖੜਾ ਇਹ ਹੋ ਗਿਆ ਕਿ ਇਹ ਫੌਜੀ ਤਾਂ ਚੰਡੀਗੜ੍ਹ ਤੇ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਦਾਖਲ ਨੇ ਜਿਹੜੇ ਜ਼ਖਮੀ ਸੀ, ਫਿਰ ਪ੍ਰਧਾਨ ਮੰਤਰੀ ਕਿਹਦਾ ਪਤਾ ਜਿਹੜਾ ਜੀ ਉਹ ਲੈ ਆਏ। ਇਹ ਦੌਰਾ ਜਿਹੜਾ ਸੀਗਾ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੀਗਾ ਉਹ ਵਿਵਾਦਾਂ ਦੇ ਵਿੱਚ ਘਿਰ ਗਿਆ, ਕਿਉਂਕਿ ਜਿਸ ਕਿਸਮ ਦੇ ਬੈੱਡ ਸੀ, ਬੈੱਡ ਦੇ ਉੱਤੇ ਨਾ ਕੋਈ ਗਲੂਕੋਸ ਲਾਉਣ ਵਾਲਾ ਜਿਹੜਾ ਵੀ ਸਾਜੋ ਸਮਾਨ, ਨਾ ਕੋਈ ਨਾਲ ਟੇਬਲ, ਨਾ ਕੋਈ ਉਹਦੇ ਉੱਤੇ ਪਈ ਦਵਾਈ। ਬੈੱਡ ਜਿਹੜੇ ਜੀ ਇੰਨੇ ਸੁਥਰੇ ਤੇ ਉਹਦੇ ਵਿੱਚ ਕੋਈ ਸਲਵਟ ਨਹੀਂ, ਜਿਹੜੇ ਕੰਬਲ ਨੇ ਉਹ ਬਿਲਕੁਲ ਬੰਦ ਕੀਤੇ ਹੋਏ ਪੈਕ। ਔਰ ਜਿਹੜੇ ਉੱਥੇ ਬਿਠਾਏ ਗਏ ਸੀ ਬੈੱਡਾਂ ਦੇ ਉੱਤੇ ਉਹਨਾਂ ਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਜ਼ਖਮ ਨਜ਼ਰ ਨਹੀਂ ਆ ਰਿਹਾ, ਉਹਨਾਂ ਦੀ ਕੋਈ ਦਵਾਈ ਨਹੀਂ ਦਿਖ ਰਹੀ, ਉਹਨਾਂ ਦੀ ਕੋਈ ਜੁੱਤੀ ਨਹੀਂ, ਕੋਈ ਚੱਪਲ ਨਹੀਂ ਬੈੱਡ ਦੇ ਨੇੜੇ ਪਈ ਜਿਹੜੀ ਲਾਈ ਹੋਈ ਹੋਵੇ। ਇਹ ਫਿਰ ਸਾਰਾ ਕੁਝ ਜਿਹੜਾ ਜੀ ਕਿੱਥੋਂ ਆ ਗਿਆ, ਇਹਦੇ ਤੇ ਸਵਾਲ ਜਿਹੜੇ ਜੀ ਉਹ ਖੜੇ ਹੋਏ ਸੀਗੇ। ਔਰ ਇਹ ਕਿਹਾ ਗਿਆ ਕਿ ਇਹ ਇੱਕ ਸਿਰਜਿਆ ਗਿਆ ਉੱਥੇ ਕਮਿਊਨਿਟੀ ਹਾਲ ਦੇ ਵਿੱਚ, ਇੱਕ ਛੇਤੀ ਨਾਲ ਬਣਾਇਆ ਗਿਆ, ਉੱਥੇ ਬੈੱਡ ਲਾਏ ਗਏ, ਉੱਤੇ ਇਹ ਬੰਦੇ ਬਿਠਾ ਕੇ ਮਾਸਕ ਦੇ ਕੇ। ਬੰਦੇ ਕੌਣ ਸਨ? ਫੌਜੀ ਜਵਾਨ ਤਾਂ ਸਨ ਨਹੀਂ। ਜਿਹੜੇ ਜ਼ਖਮੀ ਨੇ ਉਹ ਤਾਂ ਦਿੱਲੀ ਹਸਪੀਟਲਾਂ 'ਚ ਦਾਖਲ ਨੇ ਜਾਂ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਨੇ, ਉੱਥੇ ਤਾਂ ਹੈ ਹੀ ਨਹੀਂ। ਇਹ ਫਿਰ ਕਿੰਨਾ ਦਾ ਪਤਾ ਜਿਹੜਾ ਵੀ ਹੁੰਦਾ ਹੈ? ਇਹ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਗਿਆ। ਔਰ ਜਿਹੜੇ ਸਿਆਸੀ ਡਰਾਮੇਬਾਜ਼ੀ ਵਿਰੋਧੀਆਂ ਨੇ ਇਹਨੂੰ ਕਰਾਰ ਜਿਹੜਾ ਸੀ ਉਹ ਦਿੱਤਾ। ਜਿਹੜੇ ਕੁਝ ਫੌਜ ਦੇ ਸੂਤਰ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹ ਹਲਕੀਆਂ ਸੱਟਾਂ ਵਾਲੇ ਲੋਕ ਸੀਗੇ ਜੀ, ਜਿਨ੍ਹਾਂ ਦਾ ਪਤਾ ਜਿਹੜਾ ਲਿਆ ਗਿਆ। ਜੇ ਹਲਕੀਆਂ ਸੱਟਾਂ ਵਾਲੇ ਸੀਗੇ ਤੇ ਕੀ ਇਹਨਾਂ ਨੂੰ ਇਹ ਹਸਪੀਟਲ ਦੇ ਵਿੱਚ ਦਾਖਲ ਕਰਵਾਉਣ ਦੀ ਜ਼ਰੂਰਤ ਸੀ, ਜਾਂ ਇਹ ਹਸਪੀਟਲ ਇੰਨੀ ਤੇਜ਼ੀ ਦੇ ਨਾਲ ਫੋਟੋਆਂ ਖਿਚਵਾਉਣ ਦੇ ਵਾਸਤੇ ਕਿਉਂ ਸਿਰਜਿਆ ਗਿਆ? ਇਹ ਵੱਡੇ ਜਿਹੜੇ ਜੀ ਉਹ ਸਵਾਲ ਸਨ। ਹੁਣ ਕਿਉਂਕਿ ਫੋਟੋ ਸੈਸ਼ਨ ਹੋ ਚੁੱਕਿਆ ਹੋਇਆ ਤੇ ਕੰਟਰੋਵਰਸੀ ਜਿਹੜੀ ਜੀ ਉਹ ਚੱਲ ਰਹੀ ਹੈ। ਕੈਸਾ ਝੂਠ ਜਿਹੜਾ ਜੀ ਉਹ ਲੋਕਾਂ ਦੇ ਸਾਹਮਣੇ ਬੋਲਿਆ ਗਿਆ, ਪਰ ਇਹ ਸੀਗਾ ਇਹ ਨੰਗਾ ਜਿਹੜਾ ਸੀ ਉਹ ਝੂਠ ਹੋ ਗਿਆ ਜੀ। ਇੱਥੇ ਜਿਹੜਾ ਇਹਦੇ ਨਾਲ ਜਿਹੜਾ ਜੀ ਵਿਰੋਧੀਆਂ ਦੇ ਹਮਲੇ ਜਿਹੜੇ ਸੀ ਉਹ ਤੇਜ਼ ਜ਼ਰੂਰ ਜਿਹੜਾ ਜੀ ਉਹ ਹੋਏ। ਇੱਥੇ ਭਾਰਤ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਹੁਣ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫॉर ਜਸਟਿਸ ਜਿਹੜੀ ਆ ਉਹਦੇ ਨਾਲ ਜੁੜੀਆਂ ਹੋਈਆਂ 40 ਵੈਬਸਾਈਟਾਂ ਜਿਹੜੀਆਂ ਜੀ ਉਹ ਬਲੌਕ ਕਰ ਦਿੱਤੀਆਂ ਨੇ। ਗ੍ਰਹਿ ਮੰਤਰਾਲੇ ਨੇ ਇਹ ਗੱਲ ਕਹੀ ਹੈ ਕਿ ਵੈਬਸਾਈਟਾਂ ਵੱਖਵਾਦੀ ਸਰਗਰਮੀਆਂ ਦਾ ਪੱਖ ਪੂਰਦੀਆਂ ਨੇ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਿੱਖ ਫॉर ਜਸਟਿਸ UAPA 1967 ਦੇ ਤਹਿਤ ਗੈਰ ਕਾਨੂੰਨੀ ਜਥੇਬੰਦੀ ਹੈ, ਜਿਹਨੇ ਵੱਖਵਾਦੀ ਸਰਗਰਮੀਆਂ ਲਈ ਹਮਾਇਤੀਆਂ ਨੂੰ ਰਜਿਸਟਰ ਕਰਨ ਦੀ ਮੁਹਿੰਮ ਚਲਾਈ ਹੈ। ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਦੇ ਉੱਤੇ IT ਐਕਟ 2000 ਦੀ ਧਾਰਾ 69A ਦੇ ਤਹਿਤ ਇਹ 40 ਵੈਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਨੇ। ਪਿਛਲੇ ਸਾਲ ਦੇਸ਼ ਵਿਰੋਧੀ ਸਰਗਰਮੀਆਂ ਲਈ ਸਿੱਖ ਫॉर ਜਸਟਿਸ ਦੇ ਉੱਤੇ ਪਾਬੰਦੀ ਲਾਈ ਗਈ ਸੀ। ਔਰ ਜਿਹੜਾ ਇੱਕ ਅਧਿਕਾਰੀ ਹੈ ਜੋ ਕਹਿੰਦਾ ਕਿ ਜਿਹੜੀ ਇਹ ਜਥੇਬੰਦੀ ਵੱਖਵਾਦ ਦਾ ਪੱਖ ਪੂਰਦੀ ਹੈ, ਜਿਹਦੇ ਕਰਕੇ ਇਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਗਈ ਹੈ। ਉਧਰ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਥਾਣੇ ਨੇ ਉੱਥੇ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਫੜੋ ਫੜੀ ਤੇ ਪੁੱਛਗਿੱਛ ਜਿਹੜੀ ਹੈ ਜੀ ਉਹ ਹੋ ਰਹੀ ਹੈ। ਬੇਸ਼ੱਕ ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਜਾਣ ਦਿੱਤਾ,
ਪਰ ਉਹਨਾਂ ਦਾ ਪੂਰਾ ਡਾਟਾ ਇਕੱਠਾ ਕੀਤਾ ਜਾ ਰਿਹਾ, ਉਹਨਾਂ ਦੀ ਫੋਟੋ ਜਿਹੜੀ ਆ ਉਹ ਲਈ ਜਾ ਰਹੀ ਹੈ। ਹੁਣ ਜਿਹੜੀ ਸਵਾਲ ਵੱਡਾ ਇਹ ਆ ਜਾਂਦਾ ਕਿ ਇਹਨਾਂ ਨੂੰ ਕੌਣ ਜਿਹੜਾ ਵੀ ਉਹਨਾਂ ਦੀ ਕੌਣ ਮਦਦ ਕਰੂਗਾ, ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਹੈ। ਕਈ ਨੇ ਇਹਦੇ ਉੱਤੇ ਜਿਨ੍ਹਾਂ ਤੇ ਮਾਮਲੇ ਦਰਜ ਕੀਤੇ ਗਏ ਹੈ, ਉਹ ਭੁਗਤ ਨੇ ਉਹਨਾਂ ਨੂੰ ਜਿਹੜਾ ਵੀ ਉਹ ਪੈਣਗੇ। ਇਹ ਕਿਹਾ ਜਾ ਰਿਹਾ ਕਿ ਸਾਈਟਾਂ ਦੇ ਉੱਤੇ ਜਿਨ੍ਹਾਂ ਨੇ ਕਿਸੇ ਸਮੇਂ ਕੋਈ ਰਜਿਸਟ੍ਰੇਸ਼ਨ ਕੀਤੀ ਹੈ ਜਾਂ ਕੁਛ ਕੀਤਾ, ਉਹਦੀ ਜਾਣਕਾਰੀ ਦੇ ਤਹਿਤ ਹੀ ਜਿਹੜਾ ਵੀ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁੱਛਗਿੱਛ ਵਾਲੇ ਨੇ ਉਹਨਾਂ ਨੂੰ ਜਿਹੜਾ ਛੱਡ ਵੀ ਦਿੱਤਾ ਗਿਆ ਜੀ, ਇਹ ਕਹਿ ਕੇ ਕਿ ਜੇ ਉਹਨਾਂ ਦੀ ਬਾਅਦ ਦੇ ਵਿੱਚ ਜਿਹੜੀ ਵੀ ਕਿਸੇ ਜਗ੍ਹਾ ਦੇ ਉੱਤੇ ਕੋਈ ਇਨਵੋਲਵਮੈਂਟ ਨਜ਼ਰ ਆਈ ਤਾਂ ਫਿਰ ਉਹ ਜਿਹੜਾ ਵੀ ਉਹ ਮੁਸ਼ਕਿਲ ਦੇ ਵਿੱਚ ਫਸ ਸਕਦੇ ਆ ਜੀ। ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਧੜਾ ਹੈ, ਉਹ ਰੋਜ਼ ਜਿਹੜਾ ਵੀ ਕੋਈ ਨਾ ਕਿਸੇ ਵਿਅਕਤੀ ਨੂੰ ਆਪਣੇ ਨਾਲ ਤੋਰ ਰਿਹਾ, ਜਿਹੜਾ ਕਿ ਬਾਦਲ ਧੜੇ ਨੂੰ ਝਟਕੇ ਜਿਹੜੇ ਜੀ ਉਹ ਦੇ ਰਿਹਾ। ਬਾਦਲ ਧੜੇ ਦਾ ਸਾਥ ਛੱਡ ਕੇ ਕਾਂਗਰਸ ਦੇ ਵਿੱਚ ਗਏ ਇੱਥੇ ਪਟਿਆਲਾ ਤੋਂ ਤੇਜਿੰਦਰਪਾਲ ਸਿੰਘ ਸੰਧੂ ਤੇ ਉਹਨਾਂ ਦੀ ਪਤਨੀ ਜਿਹੜੀ ਹੈ ਜੀ, ਉਹਨਾਂ ਨੇ ਵੀ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਔਰ ਇਹਨਾਂ ਦੇ ਜਿਹੜੇ ਅਸਤੀਫੇ ਨੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਹੋਰਾਂ ਨੂੰ ਭੇਜੇ ਗਏ। ਔਰ ਇਹ ਕਿਹਾ ਜਾ ਰਿਹਾ ਕਿ ਇਹ ਦੋਨੋਂ ਜਿਹੜੇ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਧੜੇ ਦਾ ਹੁਣ ਸਾਥ ਜਿਹੜਾ ਉਹ ਦੇਣਗੇ। ਔਰ ਇਹਦਾ ਐਲਾਨ ਅੱਜ ਇੱਥੇ ਜਿਹੜਾ ਵੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ। ਸੰਧੂ ਜਿਹੜੇ ਨੇ ਤੇਜਿੰਦਰਪਾਲ ਸਿੰਘ ਸੰਧੂ, ਉਹਨਾਂ ਦੇ ਪਿਤਾ ਜਿਹੜੇ ਜੀ 3 ਵਾਰੀ ਜਿਹੜੇ ਵਿਧਾਇਕ ਜਿਹੜੇ ਰਹੇ ਨੇ ਔਰ 1 ਵਾਰੀ ਮੰਤਰੀ ਤੇ ਫਿਰ ਐਸਐਸ ਬੋਰਡ ਦੇ ਚੇਅਰਮੈਨ ਵੀ ਰਹੇ ਨੇ। ਤੇਜਿੰਦਰਪਾਲ ਸਿੰਘ ਸੰਧੂ ਖੁਦ ਐਸਐਸ ਬੋਰਡ ਦੇ ਚੇਅਰਮੈਨ ਰਹੇ ਨੇ ਔਰ 2012 ਦੇ ਵਿੱਚ ਉਹਨਾਂ ਨੇ ਹਲਕਾ ਸਨੌਰ ਤੋਂ ਜਿਹੜੀ ਚੋਣ ਲੜੀ ਸੀਗੀ ਔਰ ਉਹ ਕਾਂਗਰਸ ਦੇ ਲਾਲ ਸਿੰਘ ਤੋਂ 3900 ਵੋਟਾਂ ਦੇ ਨਾਲ ਉਦੋਂ ਹਾਰੇ ਸੀਗੇ। ਹੁਣ ਇਹ ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਸਿਆਸਤ ਹੈ ਉਹ ਕਿਹੋ ਜਿਹੇ ਉਸਲ ਵੱਟੇ ਲੈਂਦੀ ਹੈ, ਇਹ ਬੜਾ ਜਿਹੜਾ ਵੀ ਉਹ ਵੇਖਣ ਵਾਲਾ ਹੋਊਗਾ ਕਿ ਕਿਹੜੇ ਤਰੀਕੇ ਦੇ ਨਾਲ ਕਿਹੜਾ ਜਿਹੜਾ ਵੀ ਖਾਸ ਤੌਰ ਦੇ ਉੱਤੇ ਧੜਾ ਜਿਹੜਾ ਉਹ ਗਾਂਹ ਵੱਧਦਾ। ਇਹਦਾ ਜ਼ਰੂਰ ਹੈ ਕਿ ਜਿੱਥੇ ਬਾਦਲ ਦਾ ਜਿਹੜਾ ਜੀ ਉਹ ਕੁਝ ਪੰਚਾਂ ਸਰਪੰਚਾਂ ਨੂੰ ਨਾਲ ਲੈ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦੇ ਨਾਲ ਵੀ ਕਈ ਜਿਹੜੇ ਜੀ ਉਹ ਹੈਗੇ ਆ, ਪਰ ਸਵਾਲ ਜਿਹੜਾ ਇਹ ਆ ਕਿ ਉਹ ਛੋਟਿਆਂ ਨੂੰ ਕਰ ਰਿਹਾ, ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰਾ ਝਟਕਾ ਜਿਹੜਾ ਜੀ ਉਹ ਦੇ ਰਹੇ ਨੇ ਇਸ ਵੇਲੇ ਬਾਦਲ ਅਕਾਲੀ ਦਲ ਨੂੰ ਜੀ। ਰਾਜਧਾਨੀ ਦਿੱਲੀ ਦੇ ਵਿੱਚ ਜਿਹੜਾ ਇੱਥੇ ਪਹਿਲਾ ਪਲਾਜ਼ਮਾ ਬੈਂਕ ਜਿਹੜਾ ਜੀ ਉਹ ਸਥਾਪਿਤ ਕੀਤਾ ਗਿਆ ਔਰ ਇਸ ਪਲਾਜ਼ਮਾ ਬੈਂਕ ਦੇ ਵਿੱਚ ਲੋਕ ਜਿਹੜਾ ਜੀ ਉਹ ਮੂਹਰੇ ਆਉਣ ਲੱਗੇ ਆ ਪਲਾਜ਼ਮਾ ਦਾਨ ਜਿਹੜਾ ਉਹ ਕਰਨ ਦੇ ਵਾਸਤੇ। ਬੇਸ਼ੱਕ ਦਿੱਲੀ ਦੇ ਵਿੱਚ ਜਿਹੜੀ ਗਿਣਤੀ ਆ ਜੀ ਉਹ ਲੱਖ ਦੇ ਨੇੜੇ ਜਿਹੜੀ ਆ ਜੀ ਉਹ ਪਹੁੰਚ ਗਈ ਹੋਈ ਆ ਔਰ 99,444 ਜਿਹੜੇ ਜੀ ਉਹ ਹੋ ਗਏ ਹੋਏ ਨੇ। ਜਿਹੜੀਆਂ ਇਹ ਪਲਾਜ਼ਮਾ ਹੈ ਜੀ ਉਹਦੇ ਵਿੱਚ 20 ਸਾਲਾਂ ਦੀ ਇੱਕ ਪੱਤਰਕਾਰ ਹੈ ਜੀ ਕੁੜੀ ਰੋਹਿਣੀ ਦੀ ਰਹਿਣ ਵਾਲੀ ਆ, ਭੂਮਿਕਾ ਕੋਹਲੀ, ਤੇ ਉਹਦੇ ਭਰਾ ਨੇ ਜਿਹੜਾ ਜੀ ਇਹ ਪਲਾਜ਼ਮਾ ਦਾਨ ਕੀਤਾ ਔਰ ਉਹਨੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਪਲਾਜ਼ਮਾ ਜਿਹੜਾ ਜੀ ਉਹ ਦਾਨ ਕਰਨ ਦੇ ਵਾਸਤੇ ਮੂਹਰੇ ਆਉਣ। ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਇੰਤਜ਼ਾਮ ਕਰ ਰਹੀ ਹੈ ਇਹਨਾਂ ਅਜਿਹੇ ਲੋਕਾਂ ਨੂੰ ਜਿਹੜੇ ਕਿ ਵਾਇਰਸ ਤੋਂ ਪੀੜਤ ਸਨ ਪਰ ਬਾਅਦ ਦੇ ਵਿੱਚ ਉਹ ਠੀਕ ਹੋ ਗਏ, ਉਹ ਪਲਾਜ਼ਮਾ ਦਾਨ ਕਰ ਸਕਦੇ ਆ। ਉਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਉਹਨਾਂ ਨੂੰ ਘਰੋਂ ਰਿਸਪੈਕਟਿਵਲੀ ਲਿਆਂਦਾ ਜਾ ਰਿਹਾ, ਫਿਰ ਘਰੇ ਜਿਹੜਾ ਉਹ ਛੱਡਿਆ ਜਾ ਰਿਹਾ। ਜਿੱਥੇ ਇਹ ਪਲਾਜ਼ਮਾ ਬੈਂਕ ਸਥਾਪਿਤ ਕੀਤਾ ਗਿਆ ਉਸ ਹਸਪੀਟਲ ਦੇ ਵਿੱਚ ਕਿਸੇ ਕਰੋਨਾ ਵਾਇਰਸ ਮਰੀਜ਼ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਮਨਾਂ ਅੰਦਰ ਕਿਸੇ ਕਿਸਮ ਦਾ ਡਰ ਨਾ ਹੋਵੇ ਜਿਹੜੇ ਕਿ ਪਲਾਜ਼ਮਾ ਦਾਨ ਕਰਨਾ ਜਿਹੜਾ ਵੀ ਉਹ ਚਾਹੁੰਦੇ ਆ। ਜਿਹੜੇ ਦਿੱਲੀ ਦੀ ਸਰਕਾਰ ਨੇ ਅੰਕੜੇ ਜਿਹੜੇ ਵੀ ਉਹ ਦਿੱਤੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਹੌਲੀ ਲੋਕ ਜਿਹੜਾ ਜੀ ਉਹ ਮੂਹਰੇ ਆ ਰਹੇ ਆ ਆਪਣਾ ਪਲਾਜ਼ਮਾ ਦਾਨ ਕਰਨ ਦੇ ਵਾਸਤੇ ਔਰ ਉਹਨਾਂ ਨੇ ਇਹ ਅਪੀਲ ਕੀਤੀ ਆ ਕਿ ਜਿਹੜਾ ਮੀਡੀਆ ਹੈ ਉਹ ਵੀ ਇਸ ਗੱਲ ਨੂੰ ਪ੍ਰਚਾਰੇ ਕਿ ਲੋਕ ਪਲਾਜ਼ਮਾ ਦਾਨ ਕਰਨ। ਇਹਦੇ ਨਾਲ ਮੌਤਾਂ ਦਾ ਜਿਹੜੀ ਅੰਕੜਾ ਹੈ ਉਹ ਘਟਾਇਆ ਜਾ ਸਕਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜਾ ਜੀ ਘਟਦਾ ਜਾਂ ਨਹੀਂ ਘਟਦਾ
ਇਹ ਜਿਹੜਾ ਜੀ ਆਉਂਦੇ ਦਿਨ ਦੱਸਣਗੇ। ਪਰ ਇੰਨਾ ਜ਼ਰੂਰ ਹੈ ਕਿ ਇਸ ਥੈਰੇਪੀ ਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਦੇਖਿਆ ਜਾਵੇ ਤਾਂ ਇਹਨੇ ਕਾਫੀ ਕੰਮ ਜਿਹੜਾ ਜੀ ਉਹ ਕੀਤਾ ਸੀਗਾ। ਪਰ ਬਾਅਦ ਦੇ ਵਿੱਚ ਜਿਹੜਾ ਸੀਗਾ ਉਹ ਕੇਂਦਰ ਦੀ ਸਰਕਾਰ ਨੇ ਇਹਦੇ ਤੇ ਰੋਕ ਲਾ ਦਿੱਤੀ ਸੀਗੀ। ਈਵਨ ਜਿਹੜੇ ਦਿੱਲੀ ਦੇ ਸਿਹਤ ਮੰਤਰੀ ਨੇ ਉਹ ਪਲਾਜ਼ਮਾ ਥੈਰੇਪੀ ਦੇ ਨਾਲ ਹੀ ਜਿਹੜਾ ਜੀ ਉਹ ਠੀਕ ਹੋਏ ਨੇ। ਤੇ ਜਾਂਦੇ ਜਾਂਦੇ ਜਿਹੜੀ ਇੱਕ ਅੱਜ ਕੱਲ੍ਹ ਗੇਮ ਬੜੀ ਫੇਮਸ ਹੋਈ ਹੈ, ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਪਬਜੀ ਜਿਹੜੀ ਗੇਮ ਹੈ ਉਹਦੇ ਨਾਲ ਇੱਕ ਮੁੰਡਾ ਜਿਹੜਾ ਸੀਗਾ ਉਹਨੇ ਆਪਣੇ ਪਿਓ ਦੇ 16 ਲੱਖ ਰੁਪਏ ਉਡਾਤੇ ਸੀਗੇ ਖਾਤੇ ਦੇ ਵਿੱਚੋਂ, ਔਰ ਉਹ ਗੇਮ ਖੇਡਦਿਆਂ ਈਵਨ ਆਪਣੀ ਮਦਰ ਦੇ ਜਿਹੜਾ ਪ੍ਰੋਵੀਡੈਂਟ ਫੰਡ ਹੁੰਦਾ ਉਹਦੇ ਵੀ 2 ਲੱਖ ਰੁਪਇਆ ਉਹਨੇ ਉਡਾਤਾ ਸੀਗਾ ਇਸ ਗੇਮ ਦੇ ਰਾਹੀਂ। ਹੁਣ ਮੁਹਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਸੈਕਟਰ 68 ਦੇ ਵਿੱਚ ਰਹਿੰਦੇ ਇੱਕ 10ਵੀਂ 'ਚ ਪੜ੍ਹਦੇ ਵਿਦਿਆਰਥੀ ਨੇ ਲੋਕਡਾਊਨ ਦੇ ਦੌਰਾਨ ਆਪਣੇ ਦਾਦੇ ਦੀ ਪੈਨਸ਼ਨ ਦੇ 2 ਲੱਖ ਰੁਪਏ ਇਸ ਖੇਡ ਦੇ ਵਿੱਚ ਉਡਾ ਦਿੱਤੇ ਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਉਹਨੂੰ ਉਹਦੇ ਦੋਸਤ ਨੇ ਇਸ ਗੇਮ ਦੇ ਵਿੱਚ ਜਿਹੜਾ ਜੀ ਉਹ ਲਾਇਆ ਸੀਗਾ। ਉਹਦਾ ਜਿਹੜੇ ਰਿਸ਼ਤੇਦਾਰ ਨੇ ਦੱਸਦੇ ਨੇ ਕਿ ਉਹ ਪਬਜੀ ਖੇਡ ਦੇ ਨਾਲ ਜਿਹੜਾ ਜੀ ਉਹ ਜੁੜਿਆ ਰਹਿੰਦਾ। ਬੱਚਿਆਂ ਨੂੰ ਬਹਾਨਾ ਅਸਲ 'ਚ ਮਿਲ ਗਿਆ, ਉਹ ਕਹਿੰਦੇ ਕਿ ਅਸੀਂ ਆਨਲਾਈਨ ਪੜ੍ਹਾਈ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਜਿਹੀਆਂ ਜਿਹੜੀਆਂ ਖਤਰਨਾਕ ਖੇਡਾਂ ਨੇ ਉਹ ਉਹਦੇ ਵਿੱਚ ਜਿਹੜਾ ਉਹ ਰੁੱਝੇ ਹੋਏ ਆ। ਮਾਪੇ ਜਿਹੜੇ ਨੇ ਉਹ ਕਰਨ ਤਾਂ ਕੀ ਕਰਨ, ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਬਹੁਤਾ ਸਮਝ ਨਹੀਂ ਪੈ ਰਹੀ ਕਿ ਕਿਵੇਂ ਇਸ ਖਤਰਨਾਕ ਖੇਡ ਤੋਂ ਬੱਚਿਆਂ ਨੂੰ ਜਿਹੜਾ ਉਹ ਵਰਜਿਆ ਜਾਵੇ। ਜਿਹੜੀਆਂ ਦਿਮਾਗੀ ਤੌਰ ਦੇ ਉੱਤੇ ਤਾਂ ਇੱਕ ਕਿਸਮ ਦੇ ਨਾਲ ਬਿਮਾਰ ਕਰਦੀਆਂ ਹੀ ਨੇ ਬੱਚਿਆਂ ਨੂੰ, ਪਰ ਇਹ ਹੁਣ ਮਾਲੀ ਨੁਕਸਾਨ ਵੀ ਜਿਹੜਾ ਕਰਨ ਲੱਗੀਆਂ ਨੇ। ਬੱਚੇ ਏਡੇ ਜਿਹੜਾ ਜੀ ਉਹ ਸ਼ਾਤਰ ਨੇ ਇਹਨਾਂ ਨੂੰ ਖੇਡਦੇ ਆ ਕਿ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦੇ ਉਹ ਅਕਾਊਂਟਾਂ ਦੇ ਵਿੱਚ ਐਂਟਰ ਕਰਕੇ ਇਸ ਖੇਡ ਨੂੰ ਖੇਡਦੇ ਆ ਸਮਾਨ ਜਿਹੜਾ ਖਰੀਦਦੇ ਰਹੇ ਨੇ ਉਹਦੇ ਵਿੱਚ ਉਹਨਾਂ ਦੇ ਲੱਖਾਂ ਰੁਪਏ ਜਿਹੜੇ ਜੀ ਉਜਾੜ ਰਹੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਕਾਬਤ ਨਜ਼ਰ, ਅਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।